राजे सो ਆਪਾਂ ਜਿਹੜੀਆਂ ਹੈਗੀਆਂ ਤੁਹਾਡੀਆਂ ਕੈਂਬਰਿਜ ਦੀਆਂ ਰੀਡਿੰਗਸ ਡਿਸਕਸ਼ਨ ਕਰ ਰਹੇ ਸੀ। ਸੋ ਅੱਜ ਆਪਾਂ ਜਿਹੜੀ ਹੈਗੀ ਆ ਕੈਂਬਰਿਜ 13 ਦੀ ਰੀਡਿੰਗ ਡਿਸਕਸ ਕਰ ਰਹੇ ਆ। ਸੋ ਆਪਣੀ ਅੱਜ ਰੀਡਿੰਗ ਹੈਗੀ ਆ ਬ੍ਰਿੰਗਿੰਗ ਸਿਨੇਮਨ ਟੂ ਯੂਰਪ। ਇਹ ਸੈਕੰਡ ਰੀਡਿੰਗ ਹੈ ਰਾਜੇ ਤੁਹਾਡਾ ਪੈਸੇਜ 1। ਸੋ ਬ੍ਰਿੰਗਿੰਗ ਸਿਨੇਮਨ ਟੂ ਯੂਰਪ, ਸਿਨੇਮਨ ਕੀ ਹੋ ਗਿਆ ਆਪਣੇ ਕੋਲੇ ਦਾਲਚੀਨੀ। ਤਾਂ ਉਹ ਕਹਿੰਦੇ ਵੀ ਜਦੋਂ ਦਾਲਚੀਨੀ ਨੂੰ ਯੂਰਪ ਲੈ ਕੇ ਆਂਦਾ ਗਿਆ ਸੀ ਹਨਾ। ਸੋ ਪੈਰਾਗ੍ਰਾਫ ਨੂੰ ਰੀਡ ਕਰਨ ਤੋਂ ਪਹਿਲਾਂ ਆਪਾਂ ਕਾਹਦੇ ਤੇ ਜਾਣਾ ਹੈਗਾ, ਆਪਣੇ ਕੁਐਸਚਨਸ ਤੇ। ਪਹਿਲਾਂ ਆਪਾਂ ਦੇਖਣੀਆਂ ਨੇ ਆਪਣੇ ਕੋਲ ਕਿੰਨੇ ਟਾਈਪ ਦੇ ਕੁਐਸਚਨਸ ਹੈਗੇ ਆ, ਤੇ ਫਸਟ ਕੁਐਸਚਨ ਹਰ ਟਾਈਪ ਦਾ ਵੀ ਗੋਣਾ ਰੀਡ ਐਂਡ ਕੀਪ ਦੈਟ ਇਨ ਆਰ ਮਾਈਂਡ। ਸੋ ਆਪਣੇ ਕੋਲ ਇਹ ਕੁਐਸਚਨ ਸਟਾਰਟ ਹੁੰਦੇ ਆ ਤੁਹਾਡੇ ਵਨ ਵਰਡ ਓਨਲੀ। ਹੁਣ ਤੁਸੀਂ ਦੇਖੋ ਕਿ ਇੱਥੇ ਜਿਹੜਾ ਹੈਗਾ ਤੁਹਾਨੂੰ ਉਹਨਾਂ ਨੇ ਕਿਹਾ ਹੋਇਆ ਵਨ ਵਰਡ ਓਨਲੀ। ਸੋ ਆਪਾਂ ਧਿਆਨ 'ਚ ਰੱਖਣਾ ਹੈਗਾ, ਆਪਾਂ ਵਨ ਵਰਡ ਦੇ ਵਿੱਚ ਇਹਦੇ ਆਨਸਰ ਕਰਨੇ ਆ। ਸਭ ਤੋਂ ਪਹਿਲਾਂ ਆ ਗਿਆ ਬਿਬਲੀਕਲ ਟਾਈਮਸ। ਤਾਂ ਆ ਤੁਹਾਡਾ ਕੀਵਰਡ ਹੈਗਾ, ਠੀਕ ਹੈ। ਜਦੋਂ ਤੁਸੀਂ ਬਿਬਲੀਕਲ ਟਾਈਮ ਦੀ ਵਰਡ ਸ਼ਬਦ ਪੜਿਆ ਤਾਂ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ ਕਿ ਮੇਰੀ ਫਸਟ ਫਿਲ ਇਨ ਦਾ ਬਲੈਂਕ ਦਾ ਆਨਸਰ ਮੈਨੂੰ ਇਹਦੇ ਆਸ-ਪਾਸ ਕਿਤੇ ਮਿਲੂਗਾ ਹਨਾ। ਉਹ ਕਹਿੰਦੇ ਬਿਬਲੀਕਲ ਟਾਈਮ ਐਡਡ ਟੂ ਡੈਸ਼। ਟੂ ਡੈਸ਼ ਮਤਲਬ ਕਿਸੇ ਚੀਜ਼ ਦੇ ਵਿੱਚ ਐਡ ਕੀਤਾ ਗਿਆ ਹੈਗਾ, ਐਡਡ ਟੂ ਡੈਸ਼। ਤਾਂ ਉਹਨਾਂ ਨੇ ਆਪਾਂ ਪੜ੍ਹ ਕੀ ਰਹੇ ਹੈਗੇ ਆ, ਦ ਅਰਲੀ ਹਿਸਟਰੀ ਆਫ ਸਿਨੇਮਨ। ਤੇ ਜਿਹੜੀਆਂ ਬਿਬਲੀਕਲ ਟਾਈਮ ਦੇ ਵਿੱਚ ਇਹਨਾਂ ਨੂੰ ਐਡ ਕੀਤਾ ਜਾਂਦਾ ਸੀ ਕਿਸੇ ਚੀਜ਼ ਦੇ ਨਾਲ ਜਾਂ ਕਿਸੇ ਚੀਜ਼ ਦੇ ਵਿੱਚ ਹਨਾ। ਯੂਜ਼ਡ ਟੂ ਸ਼ੋ ਡੈਸ਼ ਬਿਟਵੀਨ ਪੀਪਲ। ਹੁਣ ਦੇਖੋ ਯੂਜ਼ਡ ਟੂ ਸ਼ੋ ਡੈਸ਼, ਹੁਣ ਡੈਸ਼ ਇੱਥੇ ਕੀ ਆਊਗਾ, ਕਿਸੇ ਤਰ੍ਹਾਂ ਦਾ ਕੋਈ ਨਾਉਨ। ਲੋਕਾਂ ਦੇ ਵਿੱਚ ਕਿਸੇ ਚੀਜ਼ ਨੂੰ ਦਿਖਾਉਣਾ ਹਨਾ, ਲੋਕਾਂ ਦੇ ਵਿੱਚ ਗੁੱਸੇ ਨੂੰ ਦਿਖਾਉਣਾ, ਪਿਆਰ ਨੂੰ ਦਿਖਾਉਣਾ ਹਨਾ। ਯੂਜ਼ ਟੂ ਸ਼ੋ ਡੈਸ਼ ਬਿਟਵੀਨ ਪੀਪਲ, ਪੀਪਲ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਰਿਲੇਸ਼ਨ ਹੋ ਸਕਦਾ ਆ। ਉਹ ਰਿਲੇਸ਼ਨ ਆਪਾਂ ਨੂੰ ਪਤਾ ਆ ਕਿ ਉਹ ਰਿਲੇਸ਼ਨ ਕੀ ਹੋ ਸਕਦਾ ਹੈ, ਤੁਹਾਡਾ ਪੋਜ਼ਿਟਿਵ ਵੀ ਹੋ ਸਕਦਾ ਹੈ, ਨੈਗੇਟਿਵ ਵੀ ਹੋ ਸਕਦਾ ਹੈ। ਉਹਨੂੰ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਉਹਦੇ ਬਾਰੇ ਕਿਤੇ ਗੱਲ ਕੀਤੀ ਹੋਣੀ ਇਹਨਾਂ ਨੇ, ਠੀਕ ਹੈ। ਬਿਬਲੀਕਲ ਟਾਈਮ ਕੀਵਰਡ ਹੈ, ਦਿਮਾਗ 'ਚ ਰੱਖਣਾ ਹੈ। ਉਸ ਤੋਂ ਬਾਅਦ ਅੱਗੇ ਆਪਣੇ ਕੋਲੇ ਇਹਦੇ ਵਿੱਚ ਆ ਗਏ ਤੁਹਾਡੀਆਂ ਫਿਲ ਇਨ ਦਾ ਬਲੈਂਕਸ। ਉਸ ਤੋਂ ਬਾਅਦ ਆ ਗਏ ਤੁਹਾਡੇ ਕੋਲੇ ਟਰੂ ਫਾਲਸ ਔਰ ਨਾਟ ਗਿਵਨ ਹਨਾ। ਤਾਂ ਆਪਣੇ ਕੋਲੇ ਸੈਕਿੰਡ ਚੀਜ਼ ਹੈਗੀ ਆ ਟਰੂ ਫਾਲਸ, ਜਿਹੜੀ ਆਪਾਂ ਧਿਆਨ 'ਚ ਰੱਖਣੇ ਹੈਗੇ ਆ। ਸੋ ਆਪਾਂ ਚੱਲਦੇ ਹਾਂ ਨੈਕਸਟ ਪੇਜ ਤੇ। ਸੋ ਤੁਹਾਡਾ ਟਰੂ ਫਾਲਸ ਹੈਗਾ 10th। ਉਹ ਕਹਿੰਦੇ ਦ ਪੁਰਤਗੀਜ਼ ਹੈਡ ਕੰਟਰੋਲ ਓਵਰ ਦਾ ਸਿਨੇਮਨ ਟ੍ਰੇਡਸ। ਜਿਹੜੇ ਪੁਰਤਗੀਜ਼ ਲੋਕ ਸੀ ਉਹਨਾਂ ਦਾ ਕੰਟਰੋਲ ਸੀਗਾ ਸਿਨੇਮਨ ਟ੍ਰੇਡ ਦੇ ਵਿੱਚ ਇਨ ਸੈਲੋਨ ਥਰੂ ਆਊਟ ਦਾ 16th ਸੈਂਚੁਰੀ। ਹੁਣ ਤੁਹਾਡਾ ਕੀਵਰਡ ਕੀ ਹੈਗਾ, ਥਰੂ ਆਊਟ। ਹੁਣ ਜੇ ਕਿਸੇ ਬੱਚੇ ਨੇ ਕੱਲਾ 16 ਸੈਂਚੁਰੀ ਲਾਇਆ ਤਾਂ ਹੋ ਸਕਦਾ ਤੁਹਾਡੀ ਸਟੇਟਮੈਂਟ ਦੇ ਵਿੱਚ ਇਨ ਦਾ ਸਟਾਰਟਿੰਗ ਆਫ ਦਾ 16th ਸੈਂਚੁਰੀ, ਇਨ ਦਾ ਮਿਡ ਆਫ ਦਾ 16th ਸੈਂਚੁਰੀ, in the past few or in the last decades of the 16th century ਇਦਾਂ ਦੇ ਸਟੇਟਮੈਂਟਸ ਆ ਸਕਦੀਆਂ। ਤਾਂ ਆਪਣੇ ਕੋਲੇ ਜਿਹੜਾ ਥਰੂ ਆਊਟ ਵਰਡ ਹੈ ਉਹ ਇੰਪੋਰਟੈਂਟ ਹੈ। ਸਾਰੀ ਦੀ ਸਾਰੀ 16ਵੀਂ ਸਦੀ ਦੇ ਦੌਰਾਨ ਜਿਹੜੇ ਪੁਰਤਗੀਜ਼ ਲੋਕ ਸੀਗੇ ਉਹਨਾਂ ਦਾ ਕੰਟਰੋਲ ਸੀਗਾ ਕਾਹਦੇ ਤੇ, ਸਿਨੇਮਨ ਟ੍ਰੇਡ ਦੇ ਉੱਤੇ, ਆ ਪਰਟੀਕੂਲਰ ਜਗ੍ਹਾ ਦੇ ਉੱਤੇ। ਤਾਂ ਤੁਸੀਂ ਤੁਹਾਡਾ ਕੀਵਰਡ ਕੀ ਹੈਗਾ, ਥਰੂ ਆਊਟ ਦਾ 16th ਸੈਂਚੁਰੀ ਇਨ ਸਮ ਸਪੈਸੀਫਿਕ ਏਰੀਆ, ਜਿਹੜਾ ਉਹਨਾਂ ਨੇ ਮੈਂਸ਼ਨ ਕੀਤਾ ਆ। ਤਾਂ ਹੁਣ ਆਪਾਂ ਰਾਜੇ ਆਪਣੇ ਰੀਡਿੰਗ ਤੇ ਮੂਵ ਕਰਦੇ ਹੈਗੇ ਆ। ਸਿਨੇਮਨ ਇਜ਼ ਅ ਸਵੀਟ ਫ੍ਰੈਗਰੈਂਟ ਸਪਾਈਸ ਪ੍ਰੋਡਿਊਸਡ ਫਰੋਮ ਦਾ ਇਨਰ ਬਾਰਕ ਆਫ ਟਰੀ। ਬਾਰਕ ਜਿਹੜੀ ਆਪਾਂ ਸੱਕ ਕਹਿ ਦਿੰਦੇ ਹੈਗੇ ਆ, ਪੇੜ ਦਾ ਜਿਹੜੀ ਬਾਹਰਲੀ ਚੀਜ਼ ਹੁੰਦੀ ਆ। ਤਾਂ ਉਹ ਕਹਿੰਦੇ ਜਿਹੜੀ ਸਿਨੇਮਨ ਹੈਗੀ ਆ ਉਹ ਇੱਕ ਸਵੀਟ ਫ੍ਰੈਗਰੈਂਟ ਸਪਾਈਸ ਹੈਗੀ ਆ, ਜਿਹੜੀ ਪ੍ਰੋਡਿਊਸ ਕੀਤੀ ਜਾਂਦੀ ਆ ਇਨਰ ਬਾਰਕ ਆਫ ਟਰੀਜ਼ ਆਫ ਦਾ genus cinnamonium which is native to the Indian subcontinent। ठीक है जी, Indian subcontinent 'ਚ ਪਾਇਆ ਜਾਣ ਵਾਲਾ ਇਹ ਜਿਹੜਾ tree ਹੈਗਾ, it was known in biblical times। ਤਾਂ ਆ ਤੁਹਾਡੇ ਕੋਲੇ ਤੁਹਾਡਾ ਕੀਵਰਡ ਆ ਗਿਆ ਹਨਾ। ਆਪਣੇ ਕੋਲੇ ਬਿਬਲੀਕਲ ਟਾਈਮਸ ਦੀ ਉਹਨਾਂ ਨੇ ਗੱਲ ਕੀਤੀ ਤਾਂ ਮੈਨੂੰ ਇੱਥੋਂ ਪਤਾ ਲੱਗ ਗਿਆ, ਜਦੋਂ ਉਹਨੇ ਬਿਬਲੀਕਲ ਵਰਡ ਯੂਜ਼ ਕੀਤਾ ਤਾਂ ਮੈਨੂੰ ਪਤਾ ਲੱਗ ਗਿਆ ਕਿ ਇੱਥੇ ਮੇਰੇ ਕੋਲੇ ਮੇਰੇ ਫਸਟ ਕੁਐਸਚਨ ਦਾ ਆਨਸਰ ਜਿਹੜਾ ਹੈਗਾ I'm going to get that answer around these lines है ना। It is mentioned in several books of the Bible both as an ingredient that was mixed with, mix ਕੀਤਾ ਜਾਂਦਾ ਸੀ ਕਿਹਦੇ ਵਿੱਚ, oils ਦੇ ਵਿੱਚ, for anointing people's body and also token indicating friendship among lovers and friends। ਤਾਂ ਜਿਹੜਾ ਹੈਗਾ ਹੁਣ ਦੇਖੋ lovers and friends ਕੌਣ ਹੋ ਗਏ, people ਹੋ ਗਏ।
ਤਾਂ ਲੋਕਾਂ ਦੇ ਵਿੱਚ ਕਿਹੜੀ ਚੀਜ਼ ਦਿਖਾ ਰਿਹਾ ਸੀ, ਫਰੈਂਡਸ਼ਿਪ ਦਿਖਾ ਰਿਹਾ ਸੀ, ਤੇ ਇਹਨੂੰ ਮਿਕਸ ਕਾਦੇ ਨਾਲ ਕੀਤਾ ਜਾਂਦਾ ਸੀ, was mixed with oils। ਤਾਂ ਹੁਣ ਆਪਾਂ ਕੁਐਸਚਨਸ ਦੇਖਦੇ ਆ, ਆਪਣੇ ਕੁਐਸਚਨਸ ਕੀ ਕਹਿ ਰਹੇ ਸੀ, added to dash। added ਦਾ ਮਤਲਬ added ਦਾ ਉੱਥੇ ਉਹਨਾਂ ਨੇ synonym ਕੀ ਲਿਖਿਆ ਹੈਗਾ, mixed with। mixed with ਦੀ ਜਗ੍ਹਾ ਤੇ ਇੱਥੇ ਵਰਡ ਕੀ ਯੂਜ਼ ਕਰ ਲਿਆ, added to। ਕਾਦੇ ਵਿੱਚ ਐਡ ਕੀਤਾ ਜਾ ਰਿਹਾ ਸੀ, oils ਦੇ ਵਿੱਚ। used to show dash ਕੀ ਚੀਜ਼, ਵਰਡ ਉਹਨਾਂ ਨੇ ਯੂਜ਼ ਕੀਤਾ ਸੀ ਫਰੈਂਡਸ਼ਿਪ ਬਿਟਵੀਨ people ਦੀ ਜਗ੍ਹਾ ਤੇ ਉੱਥੇ ਕੀ ਕਿਹਾ ਸੀ, lovers and friends। ਡਨ ਹੋ ਗਿਆ। ਬਿਬਲੀਕਲ ਟਾਈਮ ਤੋਂ ਬਾਅਦ ਆ ਗਏ ਆਪਾਂ ਐਂਸ਼ੀਐਂਟ ਰੋਮ ਦੇ ਵਿੱਚ। ਹੁਣ ਤੁਹਾਡੇ ਕੋਲੇ ਦੋ ਚੀਜ਼ਾਂ ਦਿਮਾਗ 'ਚ ਹੋਣੀਆਂ ਚਾਹੀਦੀਆਂ, ਜਾਂ ਤਾਂ 16th ਸੈਂਚੁਰੀ ਦੀ ਗੱਲ ਹੋਊਗੀ ਜਾਂ ਐਂਸ਼ੀਐਂਟ ਰੋਮ ਦੀ। ਜਿੰਨਾ ਚਿਰ ਇਹ ਦੋਨੋਂ ਵਰਡ ਮੈਨੂੰ ਨਹੀਂ ਥਿਆਉਂਦੇ, ਜਿਹੜੀ ਵਿੱਚ ਵਾਲੀ ਇਨਫੋਰਮੇਸ਼ਨ ਆ ਉਹਨੂੰ ਮੈਂ ਸੀਰੀਅਸਲੀ ਰੀਡ ਨਹੀਂ ਕਰਨਾ, ਮੈਂ ਸਿਰਫ ਉਹਦੀ ਕੀ ਕਰਨੀ ਹੈਗੀ ਆ, ਸਕਿਮਿੰਗ ਕਰਨੀ ਆ। ਤਾਂ ਆਪਾਂ ਦੇਖਦੇ ਹਾਂ ਅੱਗੇ ਕੀ ਕਿਹਾ, ਇੱਥੋਂ ਤੱਕ ਆਪਣੇ ਕੋਲੇ ਡਨ ਹੋ ਗਿਆ। ਹੁਣ ਦੇਖੋ ਆਹ ਵਾਲੀ ਚੀਜ਼, mourners attending funerals to create pleasant sense most often, however the spice found in its primary use as an additive to food and drink। ਉਹ ਕਹਿੰਦੇ ਪ੍ਰਾਇਮਰਲੀ ਇਹਨੂੰ ਫੂਡ ਦੇ ਵਿੱਚ ਤੇ ਡਰਿੰਕ ਦੇ ਵਿੱਚ ਐਡ ਕੀਤਾ ਜਾਂਦਾ ਸੀ। in the middle ages European who could afford this spice used to flavor the food, particularly meat, and to impress those around them with the availability of purchase and expensive condiment from the exotic east। ਤਾਂ ਉਹਨਾਂ ਨੂੰ ਜਿਹੜਾ ਹੈਗਾ ਐਡ ਕੀਤਾ ਜਾਂਦਾ ਸੀਗਾ, ਠੀਕ ਹੈ। ਉਹ ਕਹਿੰਦੇ ਕਿ ਸੌਰੀ ਗੜਬੜ ਹੋ ਗਈ, ਇੱਥੇ ਧਿਆਨ ਦਿਓ। ਆਪਣੇ ਕੋਲੇ ਐਂਸ਼ੀਐਂਟ ਰੋਮ ਕੀਵਰਡ ਇੱਥੇ ਆ ਗਿਆ। ਐਂਸ਼ੀਐਂਟ ਰੋਮ ਦੇ ਵਿੱਚ ਇਹਨੂੰ ਕਾਦੇ ਲਈ ਯੂਜ਼ ਕੀਤਾ ਜਾਂਦਾ ਸੀ, ਤਾਂ ਉਹ ਕਹਿੰਦੇ lovers and friends in ancient Rome, mourners attending funerals। mourners ਕਿਹੜੇ ਹੋ ਗਏ ਰਾਜੇ, ਮੌਨ ਕਰਨਾ। ਮੌਨ ਕਰਨਾ ਮਤਲਬ ਸ਼ੋਕ ਮਨਾਉਣ ਵਾਲੇ। ਜਿਹੜੇ ਲੋਕ ਸ਼ੋਕ ਮਨਾਉਂਦੇ ਸੀਗੇ ਕਾਦੇ ਤੇ, funerals ਦੇ ਉੱਤੇ, ਉਹ ਲੋਕ ਕੀ ਕਰਦੇ ਸੀ, ਇਹਨੂੰ ਐਡ ਕਰਦੇ ਸੀ। ਤਾਂ ਆਪਾਂ ਕੀ ਕਿਹਾ, mourners attending funerals burnt cinnamon to create a pleasant scent। ਤਾਂ ਮਤਲਬ ਜਦੋਂ ਬੰਦੇ ਨੂੰ ਜਲਾਇਆ ਜਾਂਦਾ ਸੀ ਤਾਂ ਉਹਦੇ ਨਾਲ ਦਾਲਚੀਨੀ ਵੀ ਐਡ ਕਰ ਦਿੱਤੀ ਜਾਂਦੀ ਸੀ, ਟੂ ਕ੍ਰੀਏਟ ਅ ਸੈਂਟ। ਤਾਂ ਆਪਾਂ ਦੇਖਦੇ ਹਾਂ ਆਪਣੀ ਫਿਲ ਇਨ ਦਾ ਬਲੈਂਕ ਕੀ ਕਹਿ ਰਹੀ ਸੀ, ਯੂਜ਼ਡ ਇਟਸ ਸਵੀਟ ਸਮੈਲ ਐਟ, ਕਿਸੇ ਜਗ੍ਹਾ ਦੇ ਉੱਤੇ। ਕਿੱਥੇ, ਕਿਹੜੀ ਜਗ੍ਹਾ ਸੀਗੀ, ਦੇਖੋ ਕਿੱਥੇ, ਫਿਊਨਰਲਸ ਦੇ ਉੱਤੇ। ਕਿਹੜੇ ਲੋਕ, ਜਿਹੜੇ ਕੀ ਅਟੈਂਡ ਕਰ ਰਹੇ ਸੀ, ਫਿਊਨਰਲਸ, ਜਿਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ, ਸ਼ੋਕ ਸਭਾ। ਠੀਕ ਹੈ। ਨੈਕਸਟ ਆਪਣੇ ਕੋਲ ਆ ਗਿਆ ਮਿਡਲ ਏਜਸ ਦੀ ਗੱਲ। ਤਾਂ ਹੁਣ ਆਪਣਾ ਕੀਵਰਡ ਕੀ ਹੈਗਾ, ਮਿਡਲ ਏਜਸ। ਜਦੋਂ ਆਹ ਵਰਡ ਨੂੰ ਪੜਾਂਗੇ ਦੈਨ ਵਿਲ ਬੀ ਸ਼ੋਰ ਕਿ ਆਪਾਂ ਕਾਦੇ ਤੇ ਮੂਵ ਕਰ ਗਏ ਹੈਗੇ ਆ, ਆਪਣੇ ਫਿਲ ਇਨ ਦਾ ਬਲੈਂਕ ਦੇ ਉੱਤੇ। ਠੀਕ ਹੈ, ਸੋ ਆਪਾਂ ਚੱਲਦੇ ਹਾਂ ਪਿੱਛੇ। ਤਾਂ ਆਪਾਂ ਮਿਡਲ ਏਜ ਦੀ ਗੱਲ ਕੀਤੀ। ਦੇਖੋ ਇਸ ਤੋਂ ਬਾਅਦ ਇੱਥੇ ਆ ਗਏ ਪ੍ਰਾਇਮਰੀ ਯੂਜ਼, however the spice find is primary use and additive to food। ਇੱਥੋਂ ਤੱਕ ਆਪਾਂ ਪੜ੍ਹ ਲਿਆ ਸੀ। and drink in the ਮਿਡਲ ਏਜਸ। ਤਾਂ ਮਿਡਲ ਏਜਸ ਆਪਣੇ ਕੋਲੇ ਕੀਵਰਡ ਆ ਗਿਆ। ਮਿਡਲ ਏਜ ਦੇ ਵਿੱਚ ਯੂਰਪੀਅਨ ਹੂ ਕੁਡ ਅਫੋਰਡ ਦ ਸਪਾਈਸ, ਉਹ ਯੂਰਪੀਅਨ ਲੋਕ ਜਿਹੜੇ ਇਸ ਸਪਾਈਸ ਨੂੰ ਅਫੋਰਡ ਕਰ ਪਾਉਂਦੇ ਸੀ, ਖਰੀਦ ਪਾਉਂਦੇ ਸੀ। ਯੂਜ਼ਡ ਇਟਸ ਫਲੇਵਰ ਫੂਡ, ਪਰਟੀਕੂਲਰਲੀ ਮੀਟ, ਉਹ ਮੀਟ ਨੂੰ ਫਲੇਵਰ ਕਰਨ ਵਾਸਤੇ ਦਾਲਚੀਨੀ ਨੂੰ ਯੂਜ਼ ਕਰਦੇ ਸੀ। ਐਂਡ ਟੂ ਇੰਪ੍ਰੈਸ ਦੋਜ਼ ਅਰਾਊਂਡ them with their ability to purchase an expensive condiment for the exotic east। ਤਾਂ ਬੇਸਿਕਲੀ ਕਹਿਣਾ ਕੀ ਚਾਹੁੰਦੇ ਆ ਕਿ ਲੋਕ ਜਿਹੜਾ ਹੈਗਾ ਸਿਨੇਮਨ ਨੂੰ ਖਰੀਦਦੇ ਸੀ ਸ਼ੋ ਆਫ ਕਰਨ ਵਾਸਤੇ ਕਿ ਸਾਡੇ ਕੋਲੇ ਬਹੁਤ ਪੈਸੇ ਆ, ਅਸੀਂ ਦਾਲਚੀਨੀ ਖਰੀਦ ਸਕਦੇ ਆ। ਵਾਓ, ਠੀਕ ਹੈ। ਸੋ ਆਪਾਂ ਇੱਥੇ ਦੇਖਦੇ ਹੈਗੇ ਆ added to food especially meat। ਆ ਗੱਲ ਤੇ ਕਰ ਲਈ ਸੀ, ਹੈ ਨਾ। ਦੂਸਰੀ ਚੀਜ਼ ਕੀ ਸੀ ਕਿ ਉਹ ਅਮੀਰ ਨੇ ਇਹ ਵੀ ਦਿਖਾਉਣਾ ਚਾਹੁੰਦੇ ਸੀ, was an indicator of a person's dash। ਪਰਸਨ ਦੀ ਕਿਸੇ ਚੀਜ਼ ਦਾ, ਪਰਸਨ ਦੀ ਅਮੀਰੀ ਦਾ। ਹੁਣ ਦੇਖੋ ਅਮੀਰ ਹੋਣ ਵਾਸਤੇ ਇੱਥੇ ਕਿਹੜਾ ਵਰਡ ਯੂਜ਼ ਕੀਤਾ, to impress those around them with their ability to purchase an expensive condiment for the exotic east। A banquet, a host would offer guests a plate with various spices piled up upon it as a sign of wealth
at his or her disposal। ਤਾਂ ਹੁਣ ਅਮੀਰੀ ਲਈ ਇੱਥੇ ਇਹਨਾਂ ਨੇ ਕੀਵਰਡ ਯੂਜ਼ ਕੀਤਾ ਹੈਗਾ wealth। ਤਾਂ ਲੋਕ ਕੀ ਕਰਦੇ ਸੀ, ਆਪਦੀ ਕਿਹੜੀ ਚੀਜ਼ ਸ਼ੋ ਕਰਦੇ ਹੁੰਦੇ ਸੀਗੇ, wealth। ਠੀਕ ਹੈ, ਨੈਕਸਟ ਦੇਖੋ, known as a treatment for and other health problems। ਹੁਣ ਦੇਖੋ for ਕਾਦੇ ਵਾਸਤੇ ਗੱਲ ਕਰ ਰਹੇ ਹਾਂ, ਟ੍ਰੀਟਮੈਂਟ ਕਾਦੀ ਹੁੰਦੀ ਹੈ, ਬਿਮਾਰੀ ਦੀ, ਕਿਸੇ ਫਿਜ਼ੀਕਲ ਮੈਂਟਲ ਕੰਡੀਸ਼ਨ ਦੀ, ਹਨਾ, ਉਹਦੀ ਟ੍ਰੀਟਮੈਂਟ ਕਰਾਂਗੇ। ਤਾਂ ਬੇਸਿਕਲੀ ਉਹ ਕੀ ਕਹਿ ਰਿਹਾ, known as a treatment for dash, ਕਿਸੇ ਚੀਜ਼ ਦੀ ਟ੍ਰੀਟਮੈਂਟ ਵਾਸਤੇ, and other health problems grown in dash। ਤਾਂ ਉਹ ਕਹਿੰਦੇ ਤੇ ਹੋਰ ਹੈਲਥ ਪ੍ਰੋਬਲਮਸ ਵਾਸਤੇ, ਠੀਕ ਹੈ, ਸੌਰੀ। ਤਾਂ ਨੈਕਸਟ ਪੜ੍ਹਦੇ ਹਾਂ, ਸੌਰੀ ਆਕਸੀਟੋਸਿਨ ਤੇ ਆ ਗਏ ਆਪਾਂ, ਪਿੱਛੇ ਚੱਲੀਏ। ਹੁਣ ਦੇਖੋ, cinnamon was also reported to have health benefits। ਹੁਣ ਦੇਖੋ ਸਿਹਤ ਦੇ ਫਾਇਦੇ, health benefits, and was thought to cure। ਹੁਣ ਦੇਖੋ cure ਕਰਨਾ, ਠੀਕ ਕਰਨਾ, ਹਨਾ, cure ਕਰਨਾ ਕੀ ਹੋ ਗਿਆ, ਠੀਕ ਕਰਨਾ, ਕਿਸੇ ਚੀਜ਼ ਨੂੰ ਠੀਕ ਕਰਨਾ, various ailments, ailment ਹੁੰਦੀਆਂ ਰਾਜੇ ਬਿਮਾਰੀਆਂ, ਤੁਹਾਡੇ ਪ੍ਰੋਬਲਮਸ ਜਿਹੜੀਆਂ ਹੈਲਥ ਪ੍ਰੋਬਲਮਸ ਨੇ, such as indigestion, ਮਤਲਬ ਤੁਹਾਨੂੰ ਖਾਣਾ ਪਚ ਨਹੀਂ ਰਿਹਾ, ਤਾਂ ਕਿਹੜੀ ਬਿਮਾਰੀ ਵਾਸਤੇ ਅਸੀਂ ਇਹਨੂੰ ਯੂਜ਼ ਕਰ ਰਹੇ ਹਾਂ, ਇੰਡਾਈਜੈਸ਼ਨ ਵਾਸਤੇ। ਤਾਂ ਆਪਾਂ ਇੱਥੇ ਵਰਡ ਯੂਜ਼ ਕਰ ਸਕਦੇ ਹੈਗੇ ਆ, known as a treatment for indigestion। ਤਾਂ ਜਿਹੜਾ ਤੁਹਾਡਾ ਖਾਣਾ ਨਹੀਂ ਪਚਦਾ ਉਹਦੇ ਵਾਸਤੇ ਇਹਨੂੰ ਕੀ ਕੀਤਾ ਜਾ ਰਿਹਾ ਸੀ, ਯੂਜ਼ ਕੀਤਾ ਜਾ ਰਿਹਾ ਸੀ, and other health problems। ਇੱਥੇ ਫੁੱਲ ਸਟਾਪ ਹੋ ਗਿਆ ਰਾਜੇ। grown in dash, grow ਕੀਤਾ ਜਾਂਦਾ ਸੀ। ਹੁਣ ਦੇਖੋ ਇੱਥੇ ਬੇਸਿਕਲੀ ਉਹ ਨਾ ਕਹਿਣਾ ਕੀ ਚਾਹੁੰਦੇ ਹੈਗੇ ਆ, it is grown in dash। it ਕੌਣ ਹੈ ਇੱਥੇ, cinnamon ਹੈਗੀ ਹੈ, ਕਿੱਥੇ ਉਗਾਈ ਜਾਂਦੀ ਸੀ, is mr plus verbs third form, passive sentence ਬਣਾ ਰਹੇ ਆ, ਕਿੱਥੇ ਇਹ ਚੀਜ਼ ਉਗਾਈ ਜਾਂਦੀ ਸੀ। ਮਰਚੈਂਟਸ ਕੌਣ ਹੁੰਦੇ ਆ, ਵਪਾਰੀ। ਮਰਚੈਂਟਸ used dash to bring it to the Mediterranean। ਤਾਂ ਮਰਚੈਂਟਸ ਨੇ ਕੋਈ ਚੀਜ਼ ਯੂਜ਼ ਕੀਤੀ ਕਾਦੇ ਵਾਸਤੇ, ਇਹਨੂੰ ਲੈ ਕੇ ਆਉਣ ਵਾਸਤੇ ਮੈਡੀਟੇਰੀਅਨ ਦੇ ਵਿੱਚ। ਤਾਂ ਆਪਾਂ ਅੱਗੇ ਸਟੱਡੀ ਕਰਦੇ ਹਾਂ। Towards the end of Middle Ages, European middle classes begin to desire the lifestyle of elite। ਤਾਂ ਜਦੋਂ ਆਪਾਂ ਕੀ ਕਰਦੇ, ਮਿਡਲ ਏਜਸ ਦੇ ਅੰਤ ਦੇ ਮਤਲਬ ਐਂਡ ਦੇ ਵਿੱਚ ਆ ਗਏ, ਤਾਂ ਉਸ ਟਾਈਮ ਦੇ ਵਿੱਚ ਜਿਹੜੇ ਕਿਹੜੇ ਲੋਕ ਸੀਗੇ, ਮਿਡਲ ਕਲਾਸ ਦੇ ਲੋਕ ਸੀ, ਉਹ ਵੀ ਅਲੀਟ ਕਲਾਸ ਦੀ ਤਰ੍ਹਾਂ ਰਹਿਣਾ ਚਾਹੁੰਦੇ ਸੀ। ਅਲੀਟ ਕਲਾਸ ਕਿਹੜੀ ਹੋਗੀ, ਅਮੀਰ ਲੋਕਾਂ ਦੀ ਤਰ੍ਹਾਂ, ਇਨਕਲੂਡਿੰਗ ਦੇਅਰ ਕੰਜ਼ੰਪਸ਼ਨ ਆਫ ਸਪਾਈਸਿਸ। ਤਾਂ ਮਤਲਬ ਜਿੱਦਾਂ ਦਾ ਖਾਣਾ ਉਹ ਖਾਂਦੇ ਸੀ ਉਵੇਂ ਦਾ ਖਾਣਾ ਹੀ ਇਹ ਖਾਣਾ ਚਾਹੁੰਦੇ ਸੀ। This led to a growth in demand for cinnamon and other spices। At that time, cinnamon was transported by Arab merchants who closely guarded the secret of source। ਹੁਣ ਦੇਖੋ source ਕੀ ਹੈ, ਕਿੱਥੋਂ ਆਈ ਹੈਗੀ ਆ, of the spice against the potential rivals। ਤਾਂ ਉਹ ਕੀ ਕਹਿੰਦੇ ਆ ਕਿ ਜਿਹੜੇ ਵਪਾਰੀ ਸੀ ਉਹਨਾਂ ਨੇ ਇਹਦੇ ਸੋਰਸ ਨੂੰ ਜਿਹੜਾ ਹੈਗਾ ਬਹੁਤ ਧਿਆਨ ਦੇ ਨਾਲ ਜਿਹੜਾ ਹੈਗਾ ਗਾਈਡ ਕਰਕੇ ਰੱਖਿਆ, ਠੀਕ ਹੈ। ਤਾਂ ਹੁਣ ਉਹ ਕੀ ਕਹਿੰਦੇ, ਸਪਾਈਸ ਅਗੇਂਸਟ ਦਾ ਪੋਟੈਂਸ਼ੀਅਲ ਰਾਈਵਲ, ਦੇ ਟੁਕ ਇਟ ਫਰੋਮ ਇੰਡੀਆ ਵੇਅਰ ਇਟ ਵਾਸ ਗਰੋਨ। ਕਿੱਥੇ ਉਗਾਈ ਜਾਂਦੀ ਸੀ ਜੀ, ਇੰਡੀਆ ਦੇ ਵਿੱਚ, ਹਨਾ। ਇੱਥੇ ਉਹੀ ਕਿਹਾ ਸੀ ਇਟ ਵਾਸ, ਜਿਵੇਂ ਮੈਂ ਤੁਹਾਨੂੰ ਇੱਥੇ ਸੈਂਟੈਂਸ ਬਣਾਇਆ ਸੀ, ਹੈਲੋ ਮੈਂ ਤੁਹਾਨੂੰ ਅੱਧੇ ਘੰਟੇ 'ਚ ਫੋਨ ਕਰਦੀ ਹਾਂ, ਮੈਂ ਲਾਈਵ ਕਲਾਸ 'ਚ, ਠੀਕ ਹੈ। ਤਾਂ ਉਹ ਕੀ ਕਹਿੰਦੇ ਹੈਗੇ ਆ, ਇਟ ਵਾਸ ਗਰੋਨ ਇਨ ਡੈਸ਼। ਤਾਂ ਕਿੱਥੇ ਉਗਾਈ ਜਾਂਦੀ ਸੀਗੀ, ਇੰਡੀਆ ਦੇ ਵਿੱਚ ਉਗਾਈ ਜਾਂਦੀ ਸੀ, ਠੀਕ ਹੈ। ਹੁਣ ਦੇਖੋ ਇੰਡੀਆ ਦੇ ਵਿੱਚ ਵੀ ਆਪਾਂ ਦੇਖ ਲੈਂਦੇ ਹਾਂ, ਕੋਈ ਇੰਡੀਆ ਦੇ ਵਿੱਚ ਉਗਾਈ ਗਈ, ਠੀਕ ਹੈ। ਤਾਂ ਅੱਗੇ ਕੀ ਕਹਿੰਦੇ ਹੈਗੇ ਆ, ਇੰਡੀਆ ਵੇਅਰ ਇਟ ਵਾਸ ਗਰੋਨ on camels। ਉਹ ਕੀ ਕਹਿੰਦੇ, source of the spice, they took it from, ਉਹ ਲੈ ਕੇ ਗਏ, ਇੰਡੀਆ ਤੋਂ ਲੈ ਕੇ ਗਏ, from ਇੰਡੀਆ ਜਿੱਥੇ ਇਹ ਉਗਾਈ ਜਾਂਦੀ ਸੀ। ਹੁਣ ਦੇਖੋ ਐਡੀਸ਼ਨਲ ਇਨਫੋਰਮੇਸ਼ਨ ਹੈ, ਧਿਆਨ ਦਿਓ, where it was grown। ਤਾਂ ਐਡੀਸ਼ਨਲ ਇਨਫੋਰਮੇਸ਼ਨ ਉਹਨਾਂ ਨੇ ਕੌਮਿਆਂ ਦੇ ਵਿੱਚ ਪਾਈ ਹੋਈ ਹੈ, where it was grown on camels via an overland route to Mediterranean। ਤਾਂ ਉਹ ਮੈਡੀਟੇਰੀਅਨ ਤੱਕ ਕਾਦੇ ਤੇ ਲੈ ਕੇ ਜਾਂਦੇ ਸੀ, ਕੈਮਲਸ ਤੇ ਲੈ ਕੇ ਜਾਂਦੇ ਸੀ। ਤਾਂ ਆਪਣਾ ਇੱਥੇ ਆਨਸਰ ਕੀ ਆ ਗਿਆ, ਮਰਚੈਂਟਸ ਯੂਜ਼ਡ, ਕੀ ਯੂਜ਼ ਕਰਦੇ ਸੀ ਕਿ ਕੈਮਲਸ ਨੂੰ ਯੂਜ਼ ਕਰਦੇ ਸੀ,
ਟੂ ਬ੍ਰਿੰਗ ਇਟ ਟੂ ਦਾ ਮੈਡੀਟੇਰੀਅਨ ਤੱਕ ਲੈ ਕੇ ਜਾਣ ਵਾਸਤੇ ਕਿਹਨੂੰ ਇਸਤੇਮਾਲ ਕਰ ਰਹੇ ਸੀ, ਕੈਮਲਸ ਨੂੰ। ਅਰਾਈਵਡ ਇਨ ਮੈਡੀਟੇਰੀਅਨ ਐਟ ਡੈਸ਼। ਹੁਣ ਦੇਖੋ ਐਟ ਆਪਾਂ ਸਪੈਸੀਫਿਕ ਜਿਹੜੀ ਹੈਗੀ ਆ ਚੀਜ਼ ਵਾਸਤੇ ਯੂਜ਼ ਕਰਦੇ ਆ। ਐਟ ਜਿਹੜਾ ਸ਼ਬਦ ਹੈਗਾ ਨਾ, ਉਹਨੂੰ ਤੁਸੀਂ ਮਤਲਬ ਜਦੋਂ ਤੁਸੀਂ ਬਿਲਕੁਲ ਪਰਟੀਕੂਲਰ ਹੋਣਾ ਹੋਵੇ ਉਦੋਂ ਆਪਾਂ ਐਟ ਯੂਜ਼ ਕਰਦੇ ਆ। ਜਿਵੇਂ ਮੈਂ ਤੁਹਾਨੂੰ ਕਹਾਂ ਆਈਲ ਸੀ ਯੂ ਇਨ ਦ ਮੋਰਨਿੰਗ, ਹਨਾ। ਹੁਣ ਮੋਰਨਿੰਗ 6 ਵਜੇ ਵੀ ਹੋ ਸਕਦੀ ਆ, 7 ਵਜੇ ਵੀ ਹੁੰਦੀ ਆ, 8 ਵਜੇ ਵੀ ਹੁੰਦੀ ਆ, ਮੇਰੇ ਵਰਗਿਆਂ ਦੀ 10 ਵਜੇ ਵੀ ਮੋਰਨਿੰਗ ਹੀ ਹੁੰਦੀ ਆ। ਸੋ ਇਨ ਦ ਮੋਰਨਿੰਗ ਇੱਕ ਜਰਨਲ ਟਰਮ ਹੋ ਗਈ। ਆਈਲ ਮੀਟ ਯੂ ਐਟ 8 AM ਇਨ ਦ ਮੋਰਨਿੰਗ। ਇਹ ਐਟ ਜਦੋਂ ਮੈਂ ਲਾਤਾ 8 AM, ਮੈਂ ਤੁਹਾਨੂੰ ਸਪੈਸੀਫਿਕ ਕਰਤਾ, ਮਤਲਬ ਖਾਸ ਪਿਨ ਪੁਆਇੰਟ ਕਰਤੀ ਉਹ ਜਗ੍ਹਾ, ਹਨਾ। ਆਈ ਲਿਵ ਇਨ ਬਠਿੰਡਾ, ਬਠਿੰਡਾ ਤੇ ਬਹੁਤ ਵੱਡਾ ਆ। ਆਈ ਲਿਵ ਐਟ ਅਜੀਤ ਰੋਡ ਸਪੈਸੀਫਿਕ ਹੋ ਗਿਆ, ਪਿਨ ਪੁਆਇੰਟ ਹੋ ਗਈ ਉਹ ਚੀਜ਼, ਹਨਾ। ਤਾਂ ਇੱਥੇ ਵੀ ਉਹ ਕੀ ਕਹਿ ਰਿਹਾ, ਅਰਾਈਵਡ ਇਨ ਮੈਡੀਟੇਰੀਅਨ ਐਟ ਡੈਸ਼। ਤਾਂ ਮਤਲਬ ਮੈਨੂੰ ਇੱਥੇ ਕਿਸੇ ਜਗ੍ਹਾ ਦਾ ਨਾਮ ਦੇਣਾ ਪਊਗਾ ਜਿੱਥੇ ਇਹ ਸਿਨੇਮਨ ਪਹੁੰਚਦੀ ਸੀ। ਮਤਲਬ ਇਟ ਹੈਜ਼ ਟੂ ਬੀ ਅ ਨਾਊਨ। ਉਹ ਨਾਊਨ ਵੀ ਕੀ, ਕਿਸੇ ਜਗ੍ਹਾ ਦਾ ਨਾਂ, ਕਿਸੇ ਬੰਦਰਗਾਹ ਦਾ ਨਾਂ, ਹਨਾ, ਕੋਈ ਨਾਮ ਦੇਣਾ ਪਊਗਾ ਮੈਨੂੰ। ਤਾਂ ਆਪਾਂ ਦੇਖਦੇ ਹੈਗੇ ਆ ਉਹ ਕੀ ਕਹਿੰਦੇ। ਦ ਜਰਨੀ, ਇੱਥੋਂ ਤੱਕ ਮੈਡੀਟੇਰੀਅਨ ਤੱਕ ਪਹੁੰਚ ਗਏ ਸੀ ਕੈਮਲ ਸੇ ਆਪਾਂ। ਦ ਜਰਨੀ ਐਂਡਡ ਵੈਨ ਦੇ ਰੀਚਡ ਅਲੈਗਜ਼ੈਂਡਰੀਆ। ਤਾਂ ਅਲੈਗਜ਼ੈਂਡਰੀਆ ਕੀ ਹੈਗੀ ਆ, ਕੋਈ ਜਗ੍ਹਾ ਦਾ ਨਾਮ, ਇੱਕ ਸਪੈਸੀਫਿਕ ਨਾਊਨ, ਹਨਾ। ਤਾਂ ਆਪਣਾ ਆਨਸਰ ਕੀ ਆ ਗਿਆ, ਅਲੈਗਜ਼ੈਂਡਰੀਆ। ਤਾਂ ਤੁਸੀਂ ਇੱਥੇ ਇਹਦਾ ਆਨਸਰ ਲਿਖਤਾ, ਠੀਕ ਹੈ। ਉਸ ਤੋਂ ਬਾਅਦ traders took it to dash and sold it to destination around the Europe। ਹੁਣ ਟੂ ਵੀ ਕਿਤੇ ਲੈ ਕੇ ਗਏ, ਹਨਾ। traders took it, ਲੈ ਕੇ ਜਾਣਾ। traders ਹੁਣ ਦੇਖੋ took ਹੈਗੀ ਆ, take took verb second form ਹੈਗੀ ਆ, past ਦੀਆਂ ਗੱਲਾਂ ਆਪਾਂ ਕਰ ਰਹੇ ਆ। traders ਇਹਨੂੰ ਲੈ ਕੇ ਜਾਂਦੇ ਸੀ ਕਿਸੇ ਜਗ੍ਹਾ ਦੇ ਉੱਤੇ and sold it to destination all around the Europe। ਤਾਂ ਹੁਣ ਆਪਾਂ ਦੇਖਦੇ ਹਾਂ ਕਿੱਥੇ ਲੈ ਕੇ ਜਾਂਦੇ ਸੀ। ਓਕੇ, ਹੁਣ ਆਪਾਂ ਅਲੈਗਜ਼ੈਂਡਰੀਆ ਤੱਕ ਤਾਂ ਪਹੁੰਚ ਗਏ। ਅੱਗੇ ਕੀ ਕਹਿੰਦੇ, ਯੂਰਪੀਅਨ ਟ੍ਰੇਡਰਸ ਆਪਣੇ ਕੋਲੇ ਕੀਵਰਡ ਆ ਗਿਆ, ਠੀਕ ਹੈ। ਸੇਲਡ देयर परचेज देयर सप्लाई ऑफ cinnamon, ठीक है। then they bought it back to Venice। ਉਹ ਕਿੱਥੇ ਲੈ ਕੇ ਜਾਂਦੇ ਹੁੰਦੇ ਸੀ, ਵੈਨਿਸ ਦੇ ਵਿੱਚ ਲੈ ਕੇ ਜਾਂਦੇ ਸੀ। the spice then traveled from that great trading city। that great trading city ਆਪਾਂ ਕਿਹਨੂੰ ਕਹਿ ਰਹੇ ਹਾਂ, ਵੈਨਿਸ ਨੂੰ ਕਹਿ ਰਹੇ ਹਾਂ। to the markets all around Europe। ਤਾਂ ਹੁਣ ਤੁਸੀਂ ਦੇਖੋ all around the Europe ਆਪਣੇ ਕੋਲੇ ਪੂਰੇ ਦਾ ਪੂਰਾ ਉਹਨਾਂ ਨੇ ਰਿਪੀਟ ਕੀਤਾ ਹੋਇਆ, ਦੇਖੋ। and sold it to destination around the Europe। ਤਾਂ ਆਪਣੇ ਕੋਲੇ ਆਹ ਵਾਲੀ ਜਗ੍ਹਾ ਤਾਂ ਆ ਗਈ, ਠੀਕ ਹੈ। all around the Europe ਕਿੱਥੇ, took it to dash। ਤਾਂ ਕਿਹੜੀ ਗ੍ਰੇਟੈਸਟ ਸਿਟੀ ਚ ਲੈ ਕੇ ਜਾਂਦੇ ਹੁੰਦੇ ਸੀ, ਵੈਨਿਸ ਚ ਲੈ ਕੇ ਜਾਂਦੇ ਸੀ। and sold it to destination around the Europe। ਡਨ ਹੋ ਗਿਆ। ਨੈਕਸਟ ਹੁਣ ਆਪਣੇ ਕੋਲ ਆ ਗਏ ਰਾਜੇ ਟਰੂ ਫਾਲਸ। ਤੇ ਆਪਾਂ ਗੱਲ ਸ਼ੁਰੂ ਕਰਨੀ ਹੈਗੀ ਆ 16ਵੀਂ ਸਦੀ ਦੇ ਥਰੂ ਆਊਟ ਤੋਂ, ਹਨਾ। ਤਾਂ ਜਦੋਂ 16th ਸੈਂਚੁਰੀ ਆਪਾਂ ਪੜਾਂਗੇ ਤਾਂ ਉਦੋਂ ਬਾਅਦ ਆਪਾਂ ਜਿਹੜਾ ਹੈਗਾ ਆਨਸਰ ਲੱਭਣ ਦੀ ਕੋਸ਼ਿਸ਼ ਕਰਨੀ ਆ। ਤਾਂ ਹੁਣ ਤੁਸੀਂ ਦੇਖੋ ਉਸ ਤੋਂ ਬਾਅਦ ਆਪਾਂ ਇੱਥੋਂ ਤੱਕ ਪਹੁੰਚ ਗਏ ਯੂਰਪ ਤੱਕ, ਹਨਾ। ਫਿਰ ਕੀ ਕਹਿੰਦੇ, ਬਿਕੋਜ਼ ਦਾ ਓਵਰਲੈਂਡ ਟ੍ਰੇਡ ਰਾਊਟ ਅਲਾਉਡ for only small quantities of the spice to reach Europe and because Venice had virtual monopoly। Venice ਕੋਲੇ ਕੱਲੀ monopoly ਸੀ, monopoly ਮਤਲਬ ਇਹੀ ਡੀਲ ਕਰ ਰਹੇ ਸੀ ਇਹਦੇ ਨਾਲ। of the trade, the Venetians could set the price of cinnamon exorbitantly high। exorbitant question ਹੈਗਾ question number 10। Portuguese had control over the cinnamon trade in Ceylon throughout the 16th century। ਤਾਂ ਹੁਣ ਆਪਣੇ ਕੋਲੇ ਜਿਹੜੀ ਪੂਰੀ 16ਵੀਂ ਸਦੀ ਦੀ ਗੱਲ ਕਰ ਰਹੇ ਆ, ਉਹ ਕਹਿੰਦੇ ਵੀ ਪੂਰੀ 16ਵੀਂ ਸਦੀ ਦੇ ਦੌਰਾਨ ਜਿਹੜੇ ਪੁਰਤਗੀਜ਼ ਲੋਕ ਸੀਗੇ ਉਹਨਾਂ ਦਾ ਕੰਟਰੋਲ ਸੀਗਾ ਸਿਨੇਮਨ ਟ੍ਰੇਡ ਦੇ ਉੱਤੇ, ਠੀਕ ਹੈ। ਤਾਂ ਆਪਾਂ ਪੜ੍ਹਦੇ ਹਾਂ ਕਿ 16th ਸੈਂਚੁਰੀ ਦੀਆਂ ਗੱਲਾਂ ਕਿੱਥੇ ਕੀਤੀਆਂ ਗਈਆਂ। ਹੁਣ ਦੇਖੋ ਇੱਥੇ ਹੈਗਾ ਬਾਈ ਦਾ ਮਿਡਲ ਆਫ 19th ਸੈਂਚੁਰੀ, ਤਾਂ ਮਤਲਬ ਇਦੋਂ ਪਹਿਲਾਂ ਹੀ ਕਿਤੇ ਇਹਦੀ ਗੱਲ ਕੀਤੀ ਹੋਊਗੀ, ਹਨਾ। ਤਾਂ ਆਪਾਂ ਕਹਿ ਸਕਦੇ ਹੈਗੇ ਆ in order to protect their hold on the market। ਉਹ ਕਹਿੰਦੇ ਕਿ ਆਪਣਾ ਹੋਲਡ ਜਿਹੜਾ ਹੈਗਾ ਮਾਰਕੀਟ ਦੇ ਉੱਤੇ ਬਣਾਏ ਰੱਖਣ ਵਾਸਤੇ, ਠੀਕ ਆ। ਆਪਾਂ ਰੁਕੋ ਰਾਜੇ, ਆਪਾਂ ਮੈਨੂੰ ਲੱਗਦਾ ਆਪਾਂ ਜ਼ਿਆਦਾ ਹੀ ਉੱਪਰ ਚੱਲ ਗਏ ਪਿਛਲੇ ਪੈਰੇ 'ਚ।
16th ਸੈਂਚੁਰੀ 15th ਜਾਂ 16th ਸੈਂਚੁਰੀ ਦੀਆਂ ਗੱਲਾਂ ਕਰਨੀਆਂ ਆਪਾਂ ਹਨਾ। ਤਾਂ ਆਪਾਂ ਨੂੰ ਕੀਵਰਡ ਆ ਦੇਖੋ 15th ਸੈਂਚੁਰੀ, ਤਾਂ ਆਪਾਂ ਇਸ ਤੋਂ ਬਾਅਦ ਮਤਲਬ ਇੱਥੇ ਕਿਤੇ ਗੱਲਾਂ ਹੋਣਗੀਆਂ ਇਸ ਚੀਜ਼ ਦੀਆਂ। ਤਾਂ ਪੁਰਤਗੀਜ਼ ਦੀ ਦੇਖੋ ਪੁਰਤਗੀਜ਼ ਟ੍ਰੇਡਰ ਵੀ ਗੱਲ ਕਰ ਰਹੇ ਹੈਗੇ ਆ, ਤੇ ਗੱਲ ਵੀ ਟੂਵਰਡਸ ਦਾ ਐਂਡ ਆਫ 15th ਸੈਂਚੁਰੀ ਆ। ਅਗਰ ਐਂਡ ਆਫ 15th ਸੈਂਚੁਰੀ ਆ ਤਾਂ ਮਤਲਬ 16th ਸੈਂਚੁਰੀ ਦੇ ਨੇੜੇ ਤੇੜੇ ਆਪਾਂ ਪਹੁੰਚ ਗਏ ਹੈਗੇ ਆ। seeking the high profit promised by the cinnamon market, ਤਾਂ ਆਪਾਂ ਨੂੰ ਪਤਾ ਸੀਗਾ ਕਿ cinnamon ਕਾਫੀ ਜ਼ਿਆਦਾ ਉਸ ਟਾਈਮ ਦੀ ਐਕਸਪੈਂਸਿਵ ਜਿਹੜੀ ਹੈਗੀ ਆ ਸਪਾਈਸ ਸੀ, ਤਾਂ ਬੇਸਿਕਲੀ ਇਹਦੇ ਤੋਂ ਜ਼ਿਆਦਾ ਪ੍ਰੋਫਿਟ ਲੋਕ ਅਰਨ ਕਰ ਸਕਦੇ ਸੀ। ਪੁਰਤਗੀਜ਼ ਟ੍ਰੇਡਰ ਅਰਾਈਵਡ ਔਨ ਦਾ ਆਈਲੈਂਡ ਆਫ ਸਿਲਨ, ਤਾਂ ਹੁਣ ਆਪਣੇ ਕੋਲੇ ਕੀਵਰਡ ਤੇ ਆ ਗਿਆ ਸਿਲੋਨ ਦੇ ਵਿੱਚ ਜਿਹੜੇ ਹੈਗੇ ਆ ਪੁਰਤਗੀਜ਼ ਟ੍ਰੇਡਰ ਅਰਾਈਵ ਹੋਏ, ਪਹੁੰਚੇ ਕਦੋਂ? ਇਨ ਦਾ ਇੰਡੀਅਨ ਓਸ਼ਨ ਟੂਵਰਡਸ ਦਾ ਐਂਡ ਆਫ 15th ਸੈਂਚੁਰੀ, ਤਾਂ 15ਵੀਂ ਸਦੀ ਦੇ ਅੰਤ ਦੇ ਵਿੱਚ ਜਿਹੜਾ ਸਿਲੋਨ ਨਾਮ ਦੀ ਜਗ੍ਹਾ ਹੈਗੀ ਆ ਉੱਥੇ ਪੁਰਤਗੀਜ਼ ਟ੍ਰੇਡਰ ਜਿਹੜੇ ਆ ਰੀਚ ਕੀਤੇ। ਬਿਫੋਰ ਯੂਰਪੀਅਨਸ ਹੈਵ ਅਰਾਈਵਡ ਔਨ ਦਾ ਆਈਲੈਂਡ, ਯੂਰਪੀਅਨ ਤੋਂ ਪਹਿਲਾਂ ਕੌਣ ਪਹੁੰਚ ਗਿਆ? ਪੁਰਤਗੀਜ਼ ਪਹੁੰਚ ਗਏ। The state had organized the cultivation of cinnamon, ਤਾਂ ਉਹਨਾਂ ਨੇ ਜਿਹੜੀ ਹੈਗੀ ਆ cultivation ਨੂੰ organize ਕੀਤਾ। People belonging to ethnic group called Salagama would peel the bark of young shoots, ਤਾਂ ਕੁਝ ਲੋਕ ਸੀਗੇ ਜਿਨ੍ਹਾਂ ਦਾ ਨਾਮ ਜਿਹੜੇ ਸੈਲਾਗਾਮਾ ਨਾਮ ਤੋਂ ਜਾਣੇ ਜਾਂਦੇ ਸੀ, ਉਹ ਕੀ ਕਰਦੇ ਸੀਗੇ? ਜਿਹੜੀ ਪੀਲ ਆਫ ਕਰ ਦਿੰਦੇ, ਪੀਲ ਆਫ ਕਰਨਾ ਮਤਲਬ ਉਤਾਰ ਦੇਣਾ, ਬਾਗ ਸੱਕ ਨੂੰ ਉਤਾਰ ਦੇਣਾ, young shoots of the cinnamon plant in rainy season when the wet bark was more pliable. During the peeling process they curled the bark into a stick shape still associated with the spice today, ਤਾਂ ਹੁਣ ਜਿਵੇਂ ਆਪਾਂ ਦੇਖਦੇ ਹਾਂ ਸਿਨੇਮਨ ਥੋੜੀ ਇਦਾਂ ਸਟਿਕ ਦੀ ਮਤਲਬ ਇਦਾਂ ਰਾਉਂਡ ਹੁੰਦੀ ਆ, ਤਾਂ ਉਹ ਉਸ ਚੀਜ਼ ਦੇ ਵਿੱਚ ਉਹਨੂੰ ਕੀ ਕਰ ਦਿੰਦੇ ਹੁੰਦੇ ਸੀ? ਉਸ ਤਰੀਕੇ ਨਾਲ ਮੋਲਡ ਕਰ ਦਿੰਦੇ ਸੀ। ਡਿਊਰਿੰਗ ਦਾ ਪੀਲਿੰਗ ਪ੍ਰੋਸੈਸ ਦੇ ਕਰਲਡ ਦਾ ਬਾਰਕ ਇਨਟੂ, ਹੁਣ ਦੇਖੋ ਆ ਜਿਹੜੀਆਂ ਗੱਲਾਂ ਮੈਂ ਪੜ੍ਹਨ ਦੀ ਤੁਸੀਂ ਇਹਨਾਂ ਨੂੰ ਨਹੀਂ ਪੜ੍ਹਨਾ, ਯੂ ਆਰ ਨਾਟ ਸਪੋਜ਼ ਟੂ ਰੀਡ ਇਟ ਕੇਅਰਫੁਲੀ, ਤੁਸੀਂ ਇੱਥੇ ਥੋਰਲੀ ਰੀਡ ਕਰਨਾ। ਤੁਸੀਂ ਸਿਰਫ ਇਹ ਦੇਖਣਾ ਕਿ ਮੋਨੋਪਲੀ ਕਿਹਦੀ ਸੀ, ਅਗਰ ਉਹ ਗੱਲ ਡਿਸਕਸ਼ਨ ਕੀਤੀ ਗਈ ਹੈ ਤਾਂ। Okay, the Salagama that gave the finished product to king as a form of tribute, ਮਤਲਬ ਆਪਣਾ ਜਿਹੜਾ ਆਪਾਂ ਕਹਿ ਸਕਦੇ ਹੈਗੇ ਆ ਕਿ ਉਹ ਕਰ ਦੇ ਫਾਰਮ ਦੇ ਵਿੱਚ ਉਹਨੂੰ ਦਿੰਦੇ ਹੁੰਦੇ ਸੀ ਆਪਣੇ ਰਾਜੇ ਨੂੰ। When Portuguese arrived, they needed to increase the production significantly, so enslaved many of the members of Silene's native population, ਤਾਂ ਉਹਨਾਂ ਨੇ ਲੋਕਾਂ ਨੂੰ ਕੀ ਕਰਤਾ? ਇਨਸਲੇਵ ਕਰ ਲਿਆ। forcing them to work in cinnamon harvesting in 1518, ਤਾਂ 16th ਸੈਂਚੁਰੀ ਦੀਆਂ ਗੱਲਾਂ ਹੋ ਰਹੀਆਂ ਰਾਜੇ, ਆ 16ਵੀਂ ਸਦੀ ਦੀ ਗੱਲ ਆ। ਸਟਾਰਟਿੰਗ ਦੇ ਵਿੱਚ ਪਹੁੰਚ ਗਿਆ ਪੁਰਤਗੀਜ਼ build a fort on Ceylon which enabled them to protect the island, so helping them to develop a monopoly in cinnamon trade and generate very high profits। ਤਾਂ ਹੁਣ ਤੁਸੀਂ ਦੇਖੋ ਵੀ 1518 ਦੇ ਵਿੱਚ ਉਹਨਾਂ ਨੇ ਇੱਕ ਕਿਲਾ ਬਣਾ ਲਿਆ ਸਿਲੋਨ ਦੇ ਵਿੱਚ, ਤੇ ਉਦੋਂ ਬਾਅਦ ਉਹਨਾਂ ਨੇ ਕੀ ਕੀਤੀ ਹੈਗੀ ਆ? ਮੋਨੋਪਲੀ ਕਰ ਲਈ ਹੈਗੀ ਆ ਸਿਨੇਮਨ ਟ੍ਰੇਡ ਦੇ ਵਿੱਚ ਇਸ ਪਾਰਟਿਕੂਲਰ ਏਰੀਆ ਦੇ ਵਿੱਚ। ਅੱਗੇ ਕੀ ਕਹਿੰਦੇ? ਇਨ ਦਾ ਲੇਟ 16th century for example they enjoyed the tenfold profit when shipping cinnamon over the journey of 8 days from Ceylon to India, ਤਾਂ ਉਹ 10 ਗੁਣਾ ਪ੍ਰੋਫਿਟ ਕਮਾ ਰਹੇ ਸੀ ਇਸ ਪਾਰਟਿਕੂਲਰ ਸਪਾਈਸ ਦੇ ਉੱਪਰ। ਠੀਕ ਹੈ। when the Dutch arrived the coast of southern Asia at very beginning of the 17th century, ਇੱਥੋਂ ਤੱਕ ਰਾਜੇ ਤੁਹਾਡਾ ਡਨ ਹੋ ਗਿਆ ਆ। ਹੁਣ ਦੇਖੋ ਜਿਹੜੇ ਵੀ ਤੁਹਾਡੇ ਟਰੂ ਫਾਲਸ ਦੇ ਕੁਐਸਚਨ ਹੈਗੇ ਆ, ਮੈਂ ਤੁਹਾਨੂੰ ਪਹਿਲਾਂ ਵੀ ਕਹਿਣੀ ਹੁੰਦੀ ਆ ਯੈਸ ਨੋ ਦੇ ਕੁਐਸਚਨ ਆਪਣੇ ਕੋਲ ਐਜ਼ ਇਟ ਇਜ਼ ਪਏ ਹੁੰਦੇ ਆ, ਬਟ ਜਿਹੜੇ ਟਰੂ ਫਾਲਸ ਦੇ ਕੁਐਸਚਨਸ ਹੈਗੇ ਆ ਇਹ ਕੁਐਸਚਨ ਆਪਣੇ ਕੋਲ ਐਜ਼ ਇਟ ਇਜ਼ ਨਹੀਂ ਪਏ ਹੁੰਦੇ, ਇਹਨਾਂ ਦੇ ਵਿੱਚ ਕੁਝ ਚੀਜ਼ਾਂ ਆਪਾਂ ਨੂੰ ਗੈਸ ਕਰਨ ਦੀ ਲੋੜ ਪੈਂਦੀ ਆ। ਹੁਣ ਜਿਵੇਂ ਦੇਖੋ ਇਹਨਾਂ ਨੇ ਕਿਹਾ ਕਿ ਜਦੋਂ 1518 ਤੋਂ ਮਤਲਬ 15th ਸੈਂਚੁਰੀ ਦੇ ਐਂਡ ਦੇ ਵਿੱਚ ਜਿਹੜੇ ਪੁਰਤਗੀਜ਼ ਲੋਕ ਆ ਉਹ ਸਿਲੋਨ ਪਹੁੰਚ ਗਏ। ਉਦੋਂ ਬਾਅਦ 1518 ਚ ਉਹਨਾਂ ਨੇ ਆ ਕੇ ਉੱਥੇ ਕਿਲਾ ਬਣਾ ਲਿਆ ਤੇ ਮੋਨੋਪਲੀ ਕਰ ਲਈ। ਠੀਕ ਹੈ। ਤੇ ਜਿਹੜੇ ਉਹ ਮੋਨੋਪਲੀ ਚੱਲਦੀ ਰਹੀ ਹੈ 10 ਗੁਣਾ ਤੱਕ ਉਹ ਪ੍ਰੋਫਿਟ ਕਮਾ ਰਿਹਾ। ਕਦੋਂ ਤੱਕ? 17ਵੀਂ ਸਦੀ ਤੱਕ, ਜਦੋਂ ਤੱਕ ਪੁਰਤਗੀਜ਼ ਅਰਾਈਵ ਨਹੀਂ ਹੋਏ। ਤਾਂ ਮਤਲਬ ਸਾਰੀ ਦੀ ਸਾਰੀ 16th ਸੈਂਚੁਰੀ ਦੇ ਵਿੱਚ ਜਿਹੜੇ ਪੁਰਤਗੀਜ਼ ਲੋਕ ਹੈਗੇ ਆ ਉਹ ਮੋਨੋਪਲੀ ਇੰਜੋਏ ਕੀਤੀ ਉਹਨਾਂ ਨੇ ਸਿਨੇਮਨ ਟ੍ਰੇਡ ਦੇ ਉੱਤੇ ਤੇ ਪ੍ਰੋਫਿਟ ਵੀ ਕਮਾਇਆ ਆ। ਤਾਂ ਆਪਣਾ ਜਿਹੜਾ ਪਹਿਲਾ ਟਰੂ ਫਾਲਸ ਸੀਗਾ ਜਿਹਦੇ ਵਿੱਚ ਉਹਨਾਂ ਨੇ ਕੀ ਕਿਹਾ ਸੀਗਾ? ਹਾਂਜੀ, the Portuguese had control over the cinnamon trade in Ceylon
throughout the 16th century. So your answer is true. सारा पैरा पढ़न तो बाद ਇਹਦਾ ਆਨਸਰ ਆਪਾਂ ਨੂੰ ਕਲੀਅਰ ਹੋਇਆ। ਸੋ ਅਗਰ ਤੁਸੀਂ ਸੋਚ ਰਹੇ ਹੋ ਟਰੂ ਫਾਲਸ ਇੱਕ ਲਾਈਨ ਪੜ੍ਹ ਕੇ ਤੁਸੀਂ ਡਨ ਕਰਤੇ, ਇਟ ਮਾਈਟ ਨਾਟ ਬੀ ਦਾ ਪੋਸੀਬਲ ਇਨ ਸਮ ਕੇਸਿਸ, ਰਾਈਟ। ਉਹ ਕਹਿੰਦੇ ਦਾ ਡੱਚ ਟੁੱਕ ਓਵਰ ਦਾ ਸਿਨੇਮਨ ਟ੍ਰੇਡ ਫਰੋਮ ਪੁਰਤਗੀਜ਼ ਐਜ਼ ਸੂਨ ਐਜ਼ ਦੇ ਅਰਾਈਵਡ। ਇੱਥੇ ਹੁਣ ਆ ਆਪਣੇ ਕੋਲੇ ਕੀਵਰਡ ਹੈਗਾ ਐਜ਼ ਸੂਨ ਐਜ਼ ਦੇ ਅਰਾਈਵਡ, ਜਿਵੇਂ ਹੀ ਉਹ ਪਹੁੰਚੇ ਉਹਨਾਂ ਨੇ ਪੁਰਤਗੀਜ਼ ਨੂੰ ਰਿਪਲੇਸ ਕਰਤਾ ਮੋਨੋਪਲੀ ਦੇ ਕੇਸ ਦੇ ਵਿੱਚ। ਤਾਂ ਹੁਣ ਆਪਾਂ ਪੜ੍ਹਦੇ ਹਾਂ ਅੱਗੇ ਕੀ ਹੋਇਆ। ਤਾਂ ਦਾ ਡੱਚ, ਹੁਣ ਆਪਣੇ ਕੋਲੇ ਡੱਚ ਆ ਗਏ 17th ਸੈਂਚੁਰੀ ਦੀ ਬਿਗਨਿੰਗ ਦੇ ਵਿੱਚ, ਹਨਾ। ਦੇ ਸੈਟ देयर ਸਾਈਟਸ ਔਨ ਡਿਸਪਲੇਸਿੰਗ ਦਾ ਪੁਰਤਗੀਜ਼ ਐਜ਼ ਦਾ ਕਿੰਗਸ ਆਫ ਸਿਨੇਮਨਸ। ਤਾਂ ਉਹਨਾਂ ਨੇ ਆਪ ਦਾ ਨਿਸ਼ਾਨਾ ਰੱਖ ਲਿਆ ਕਿ ਅਸੀਂ ਰਿਪਲੇਸ ਕਰ ਦਾਂਗੇ, ਅਸੀਂ ਡਿਸਪਲੇਸ ਕਰ ਦਾਂਗੇ ਪੁਰਤਗੀਜ਼ ਲੋਕਾਂ ਨੂੰ ਐਜ਼ ਦਾ ਕਿੰਗਸ ਆਫ ਦਾ ਸਿਨੇਮਨ। ਦਾ ਡੱਚ ਐਲੀਡ ਦੈਮਸੈਲਵਸ ਵਿਦ ਕੈਂਡੀ ਐਂਡ ਆਈਲੈਂਡ ਕਿੰਗਡਮ ਆਫ ਸਾਇਲਨ। ਤਾਂ ਉਹਨਾਂ ਨੇ ਕੀ ਕੀਤਾ, ਆਪਣੇ ਐਲਾਈਜ਼ ਬਣਾਉਣੇ ਸਟਾਰਟ ਕੀਤੇ, ਆਪਣੇ ਦੋਸਤ ਬਣਾਉਣੇ ਸਟਾਰਟ ਕੀਤੇ। ਇਨ ਰਿਟਰਨ ਫॉर ਦਾ ਪੇਮੈਂਟਸ ਆਫ ਐਲੀਫੈਂਟਸ ਐਂਡ ਸਿਨੇਮਨ ਦੇ ਪ੍ਰੋਟੈਕਟ ਦਾ ਨੇਟਿਵ ਕਿੰਗ ਫਰੋਮ ਦਾ ਪੁਰਤਗੀਜ਼। ਤਾਂ ਉਹ ਕੀ ਕਰ ਰਹੇ ਸੀਗੇ, ਉਹਨਾਂ ਨੂੰ ਐਲੀਫੈਂਟ ਤੇ ਸਿਨੇਮਨ ਲੈਂਦੇ ਸੀ ਤੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਸੀ ਪੁਰਤਗੀਜ਼ ਲੋਕਾਂ ਦੇ ਵਿੱਚ। ਬਾਈ 1649 ਹੁਣ ਤੁਸੀਂ ਦੇਖੋ ਕਿ ਬਿਗਨਿੰਗ ਚ ਆਏ ਹੈਗੇ ਆ 17ਵੀਂ ਸਦੀ, ਮਤਲਬ ਆਪਾਂ ਕਹਿ ਸਕਦੇ ਹਾਂ 1602 ਜਾਂ 3 ਜਾਂ 5 ਜਾਂ 7 ਤੇ ਆਏ ਆ। 1649 ਦੀਆਂ ਗੱਲਾਂ ਹੋ ਰਹੀਆਂ ਨੇ, 40 ਸਾਲ ਲੰਘ ਚੁੱਕੇ ਆ। ਦਾ ਡੱਚ ਬਰੋਕ 150 years ਪੁਰਤਗੀਜ਼ ਮੋਨੋਪਲੀ। ਤਾਂ ਉਹਨਾਂ ਨੇ ਕੀ ਕੀਤਾ 1649 ਦੇ ਵਿੱਚ ਡੱਚ ਨੇ ਬਰੋਕ ਕਰਤੀ ਪੁਰਤਗੀਜ਼ ਮੋਨੋਪਲੀ ਵੈਨ ਦੇ ਓਵਰਨ ਦਾ ਆਕਿਊਪਾਈਡ देयर ਫੈਕਟਰੀਜ਼। ਬਾਈ 1658 ਦੇ ਹੈਡ परमानेंटली एक्सपैल्ड करना, बाहर कर देना। वो कहते 1648 तक उन्होंने परमानेंटली एक्सपैल करता पुर्तगीज नू फ्रॉम द आइलैंड, देयर बाय गेनिंग कंट्रोल ऑफ लुक्रेटिव सिनेमन ट्रेड। तो हुण देखो एज सून एज दे अराइव्ड, हुण अगर 17th सेंचुरी की शुरुआत च आया, मतलब 1605 च 2 च 3 च जदों भी आए आ, 1610 तो पहला ਤਾਂ ਆਉਂਦਿਆਂ ਸਾਰ ਉਹਨਾਂ ਨੇ ਕੀ ਕੀਤਾ, ਪੁਰਤਗੀਜ਼ ਨੂੰ ਰਿਪਲੇਸ ਕਰਤਾ। ਨਹੀਂ, ਉਹਨਾਂ ਨੂੰ 40 ਸਾਲ ਘੱਟੋ ਘੱਟ ਲੱਗੇ, ਕਿਉਂਕਿ 6040s ਦੇ ਵਿੱਚ ਜਾ ਕੇ ਆਪਾਂ ਨੇ ਇੱਥੇ ਦੇਖੋ ਪੜਿਆ ਹੈਗਾ ਕਿ ਉਹਨਾਂ ਨੇ ਕੀ ਕੀਤਾ 1649 ਦੇ ਵਿੱਚ ਡੱਚ ਨੇ ਬਰੋਕ ਕੀਤੀ ਹੈ 150 ਸਾਲ ਦੀ ਪੁਰਤਗੀਜ਼ ਮੋਨੋਪਲੀ। ਤਾਂ ਹੁਣ ਦੇਖੋ 1649 ਮਤਲਬ ਕੀ ਹੋ ਗਿਆ, ਮਿਡ ਚ ਆ ਕੇ, ਮਿਡ ਆਫ, ਇਹਨੂੰ ਮੈਂ ਲਿਖਣਾ ਹੋਵੇ ਤਾਂ ਮੈਂ ਇਹਨੂੰ ਕੀ ਲਿਖੂੰਗੀ, ਮਿਡ ਆਫ 17th ਸੈਂਚੁਰੀ। ਮਿਡ ਹੀ ਹੈ ਜੀ 1649, ਤਾਂ ਮਿਡ ਚ ਆ ਕੇ ਮਤਲਬ ਕਮ ਸੇ ਕਮ 50 ਸਾਲ ਲੱਗਿਆ ਉਹਨਾਂ ਨੂੰ। ਤੇ ਆਪਣੀ ਕੋਲੇ ਫਿਲ ਇਨ ਦਾ ਬਲੈਂਕਸ ਕੀ ਕਹਿ ਰਹੀ ਸੀ, ਆਪਣੀ ਫਿਲ ਇਨ ਦਾ ਬਲੈਂਕ ਕਹਿ ਰਹੀ ਹੈ ਐਜ਼ ਸੂਨ ਐਜ਼ ਦੇ ਅਰਾਈਵਡ ਇਨ ਸੈਲੋਨ। ਤਾਂ ਆਪਣਾ ਆਨਸਰ ਕੀ ਆਇਆ, ਫਾਲਸ। ਠੀਕ ਹੈ, ਨੈਕਸਟ ਤੁਸੀਂ ਦੇਖੋ the trees planted by Dutch produced। ਉਹ ਕਹਿੰਦੇ ਜਿਹੜੇ ਟਰੀ ਪਲਾਂਟ ਕੀਤੇ ਸੀ ਕਿੰਨਾ ਨੇ, ਡੱਚ ਲੋਕਾਂ ਨੇ, produced larger quantities of cinnamon than the wild trees। ਜੰਗਲ 'ਚ ਜਿਹੜੇ ਟਰੀ ਉਗ ਰਹੇ ਸੀ ਤੇ ਜਿਹੜੇ ਟਰੀ ਡੱਚ ਲੋਕਾਂ ਨੇ ਲਗਾਏ ਸੀ, ਡੱਚ ਲੋਕਾਂ ਵਾਲੇ ਟਰੀਜ਼ ਨੇ ਜ਼ਿਆਦਾ ਸਿਨੇਮਨ ਦੀ ਕੁਆਂਟੀਟੀ ਨੂੰ ਪ੍ਰੋਡਿਊਸ ਕੀਤਾ। ਠੀਕ ਆ, ਹੁਣ ਆਪਾਂ ਇਹਨੂੰ ਦੇਖਦੇ ਹਾਂ। ਉਹ ਕਹਿੰਦੇ ਇਨ ਆਰਡਰ ਟੂ ਪ੍ਰੋਟੈਕਟ देयर ਹੋਲਡ ਔਨ ਦਾ ਮਾਰਕੀਟ, ਡੱਚ ਲਾਈਕ ਪੁਰਤਗੀਜ਼ ਬਿਫੋਰ them treated the native inhabitants harshly। ਤਾਂ ਉਹੀ ਉਹਨਾਂ ਹੀ ਕਰਤੂਤਾਂ ਤੇ ਆ ਗਏ, ਨੇਟਿਵ ਇਨਹੈਬੀਟੈਂਟਸ ਜਿਨ੍ਹਾਂ ਨੂੰ ਪ੍ਰੋਟੈਕਟ ਕਰ ਰਹੇ ਸੀ, ਹੁਣ ਉਹਨਾਂ ਨੂੰ ਹਾਰਸ਼ਲੀ ਟ੍ਰੀਟ ਕਰਨਾ ਸ਼ੁਰੂ ਕਰਤਾ। ਆਫ ਕੋਰਸ ਮਨੀ ਮੈਟਰਸ ਹੈ ਨਾ, ਬਿਕੋਜ਼ ਆਫ ਦਾ ਨੀਡ ਆਫ ਦਾ ਬੂਸਟ ਆਫ ਦਾ ਪ੍ਰੋਡਕਸ਼ਨ ਐਂਡ ਸੈਟਿਸਫਾਈ ਯੂਰਪਸ ਐਵਰ ਇਨਕਰੀਜ਼ਿੰਗ ਐਪੇਟਾਈਟ ਫॉर ਸਿਨੇਮਨ। ਤਾਂ ਸਿਨੇਮਨ ਦੇ ਲਈ ਜਿਹੜਾ ਇਹਨਾਂ ਦਾ ਐਪੇਟਾਈਟ ਯੂਰਪੀਅਨਸ ਦਾ ਲਗਾਤਾਰ ਵੱਧ ਰਿਹਾ ਸੀ, ਉਹਨੂੰ ਉਹਨਾਂ ਨੇ ਜਿਹੜਾ ਹੈਗਾ ਫੁਲਫਿਲ ਕਰਨਾ ਸੀ। ਉਸ ਤੋਂ ਬਾਅਦ because of need to boost the production and satisfy Europe's increasing appetite for cinnamons, Dutch began to alter the harvest practices to Ceylonese। Over the time, the supply of cinnamon trees on the island became nearly exhausted। ਸਾਰੇ ਦਰਖਤਾਂ ਤੋਂ ਇੰਨਾ ਜ਼ਿਆਦਾ ਪ੍ਰੋਡਕਸ਼ਨ ਲਈ ਜਾ ਰਹੀ ਸੀ ਕਿ ਉਹ ਜਿਹੜੀਆਂ ਨੀਅਰਲੀ ਐਗਜ਼ੌਸਟ ਹੋ ਗਈਆਂ due to systematic stripping of the bark। Eventually Dutch began cultivation of their own cinnamon trees to supplement। ਤਾਂ ਡੱਚ ਨੇ ਕੀ ਕੀਤਾ, ਆਪਦੇ cinnamon trees ਲਾਉਣੇ ਸ਼ੁਰੂ ਕਰਤੇ to supplement the diminishing number of wild trees available for the use।
ਤਾਂ ਜਿਹੜੇ ਵਾਈਲਡ ਟਰੀਜ਼ ਅਵੇਲੇਬਲ ਸੀਗੇ ਉਹਨਾਂ ਦਾ ਜਿਹੜਾ ਨੰਬਰ ਡਿਮਿਨਿਸ਼ ਹੋ ਰਿਹਾ ਸੀ, ਘਟ ਰਿਹਾ ਸੀ, ਉਹਨੂੰ ਰਿਪਲੇਸ ਕਰਨ ਵਾਸਤੇ ਕੀ ਕੀਤਾ, ਡੱਚ ਲੋਕਾਂ ਨੇ ਆਪਦੇ ਟਰੀ ਲਾਉਣੇ ਸ਼ੁਰੂ ਕਰਤੇ। ਠੀਕ ਹੈ। ਦੈਨ ਇਨ 1996 ਇੰਗਲਿਸ਼ ਅਰਾਈਵਡ। ਤਾਂ ਹੁਣ ਇੰਗਲਿਸ਼ ਲੋਕ, ਨਵੇਂ ਲੋਕ ਆ ਗਏ ਤਾਂ ਆਪਣਾ ਪੈਰਾ ਉੱਪਰ ਤੱਕ ਡਨ ਹੋ ਗਿਆ। ਹੁਣ ਦੇਖੋ ਆਪਾਂ ਇੰਨੀ ਗੱਲ ਕੀਤੀ ਹੈਗੀ ਆ ਕਿ ਡੱਚ ਲੋਕਾਂ ਨੇ ਆਪਦੇ ਟਰੀ ਲਗਾਏ ਸਿਨੇਮਨ ਦੇ, ਜਿਹੜੇ ਟ੍ਰੈਡੀਸ਼ਨਲ ਟਰੀ ਸੀਗੇ ਉਹਨਾਂ ਦੇ ਨਾਲ, ਪਰ ਕੀ ਉਹਨਾਂ ਦੇ ਟਰੀਜ਼ ਨੇ ਜ਼ਿਆਦਾ ਸਿਨੇਮਨ ਦਿੱਤੀ, ਘੱਟ ਸਿਨੇਮਨ ਦਿੱਤੀ, ਕਿੰਨੀ ਕੁਆਂਟੀਟੀ 'ਚ ਸਿਨੇਮਨ ਦਿੱਤੀ, ਕਿਤੇ ਵੀ ਕੋਈ ਕੰਪੈਰੀਜ਼ਨ ਨਹੀਂ ਹੈਗਾ। ਸੋ ਆਪਣਾ ਜਿਹੜਾ ਆਨਸਰ ਆਊਗਾ ਤੁਹਾਡੇ ਕੁਐਸਚਨ ਦਾ, it is going to be not given। ਕਿਉਂ? ਕਿਉਂਕਿ ਸਾਨੂੰ ਕੁਆਂਟੀਟੀ ਦਾ ਕੰਪੈਰੀਜ਼ਨ ਕਿਤੇ ਵੀ ਨਹੀਂ ਹੋਇਆ। ਠੀਕ ਹੈ। ਨੈਕਸਟ ਆ ਗਿਆ, the spice trade maintained its economic importance during the 19th century। 19ਵੀਂ ਸਦੀ ਦੇ ਦੌਰਾਨ, ਡਿਊਰਿੰਗ ਕੀ ਹੋ ਗਿਆ ਆਪਣੇ ਕੋਲੇ, ਦੌਰਾਨ, 19ਵੀਂ ਸਦੀ ਦੇ ਦੌਰਾਨ ਜਿਹੜੀ ਇਹ ਹੈਗੀ ਆ ਸਪਾਈਸ ਟ੍ਰੇਡ ਹੈਗੀ ਆ ਸਿਨੇਮਨ ਦੀ, ਇਹਨੇ ਆਪਣੀ ਇਕਨੋਮਿਕ ਇੰਪੋਰਟੈਂਸ ਬਣਾਈ ਰੱਖੀ। ਇਕਨੋਮਿਕ ਇੰਪੋਰਟੈਂਸ ਦਾ ਕੀ ਮਤਲਬ ਹੈ, ਇਹਦੇ ਤੋਂ ਬਹੁਤ ਜ਼ਿਆਦਾ ਪੈਸੇ ਲੋਕ ਕਮਾ ਰਹੇ ਸੀ ਤੇ ਇਹਨੇ ਇਸ ਚੀਜ਼ ਨੂੰ ਮੇਨਟੇਨ ਕਰਕੇ ਰੱਖਿਆ 19ਵੀਂ ਸਦੀ ਦੇ ਦੌਰਾਨ। ਹੁਣ ਆਪਾਂ 17ਵੀਂ ਤੇ ਸੀਗੇ ਹਨਾ, ਤਾਂ ਉਸ ਤੋਂ ਬਾਅਦ ਆਪਾਂ 18ਵੀਂ ਤੇ 19ਵੀਂ ਤੇ ਵਾਪਸ ਆਉਣਾ ਹੈਗਾ। ਤਾਂ 17th ਸੈਂਚੁਰੀ, ਹੁਣ ਦੇਖੋ ਬਾਏ ਦਾ ਮਿਡਲ ਆਫ 19th ਸੈਂਚੁਰੀ, 19ਵੀਂ ਸਦੀ ਦੀਆਂ ਆਪਾਂ ਗੱਲਾਂ ਕਰਨ ਲੱਗ ਗਏ। ਬਾਏ ਦਾ ਮਿਡਲ ਆਫ 19th ਸੈਂਚੁਰੀ the production of cinnamon reached 1000 tons a year after a lower grade quality of the spice, ठीक है, became acceptable to European tastes। ਤਾਂ ਉਹ ਕਹਿੰਦੇ ਜਿਹੜੀ ਇਹਦੀ ਕੁਆਲਿਟੀ ਸੀ ਉਹ ਘਟਣੀ ਸ਼ੁਰੂ ਹੋ ਗਈ, ਬਟ ਉਹ ਵੀ ਲੋਕਾਂ ਨੇ ਪਸੰਦ ਕੀਤੀ, ਤਾਂ ਕਰਕੇ ਮੈਕਸਿਮਮ 1000 ਟਨ ਤੱਕ ਪਹੁੰਚ ਗਿਆ ਬਾਏ ਦੈਟ ਟਾਈਮ। ਕਦੋਂ ਗੱਲ ਕਰ ਰਹੇ ਆ, ਮਿਡਲ ਦੇ ਵਿੱਚ। By that time, cinnamon was being grown into other parts of Indian Ocean region and the West Indies, Brazil, Guyana। Not only was monopoly of cinnamon became impossible, but the spice trade overall was diminishing in economic potential। ਤਾਂ ਉਹ ਕੀ ਕਹਿੰਦੇ, ਮਿਡਲ ਦੇ ਵਿੱਚ ਆ ਕੇ ਜਿਹੜੀ ਇਹਦੀ ਪੋਟੈਂਸ਼ੀਅਲ ਸੀਗੀ ਹਨਾ, ਉਹ ਕੀ ਕੀਤੀ, ਉਹ ਕੀ ਹੋ ਗਈ, ਡਿਮਿਨਿਸ਼ ਹੋਣੀ ਸਟਾਰਟ ਹੋ ਗਈ। ਕਦੋਂ? ਜਦੋਂ ਆਪਾਂ ਮਿਡਲ ਆਫ 19th ਸੈਂਚੁਰੀ 'ਚ ਆ ਗਏ। ਐਂਡ was eventually superseded by the race of trade in coffee, tea, chocolate and sugar। ਤਾਂ ਹੁਣ ਤੁਸੀਂ ਦੇਖੋ ਇੱਥੇ ਆਪਣੇ ਕੋਲੇ ਸ਼ਬਦ ਯੂਜ਼ ਕੀਤਾ ਹੈਗਾ ਉਹਨਾਂ ਨੇ, ਸਪਾਈਸ ਟ੍ਰੇਡ ਮੇਨਟੇਨ ਕਰਕੇ ਰੱਖੀ ਆਪਣੀ ਇਕਨੋਮਿਕ ਇੰਪੋਰਟੈਂਸ ਨੂੰ 19ਵੀਂ ਸਦੀ ਦੌਰਾਨ। ਦੌਰਾਨ ਕੀ ਹੈ, ਸਾਰਵੀਂ 19ਵੀਂ ਸਦੀ, ਮਤਲਬ ਮੈਂ ਗੱਲ ਕਰਾਂ 1801 ਤੋਂ ਲੈ ਕੇ 1899 ਤੱਕ ਸਾਰੀ 19ਵੀਂ ਸਦੀ ਦੌਰਾਨ ਇਹਨੇ ਆਪਣੀ ਇੰਪੋਰਟੈਂਸ ਮੇਨਟੇਨ ਕਰਕੇ ਰੱਖੀ। ਪਰ ਉਹ ਕੀ ਕਹਿ ਰਹੇ ਆ, ਮਿਡ ਤੋਂ ਬਾਅਦ ਇਹਦੀ ਇੰਪੋਰਟੈਂਸ ਘਟ ਗਈ। ਕਿਉਂ? ਕਿਉਂਕਿ ਕਾਫੀ ਤੇ ਸ਼ੂਗਰ ਨੇ ਰਿਪਲੇਸ ਕਰਤਾ ਇਹਨੂੰ। ਸੈਕਿੰਡ ਚੀਜ਼ ਕੀ ਹੋ ਗਈ ਕਿ ਯੂਰਪੀਅਨ ਲੋਕਾਂ ਨੇ ਘਟੀਆ ਕੁਆਲਿਟੀ ਦੀ ਸਿਨੇਮਨ ਨੂੰ ਐਕਸੈਪਟ ਕਰ ਲਿਆ। ਤਾਂ ਆਪਣਾ ਆਨਸਰ ਇਸ ਕੁਐਸਚਨ ਦੇ ਵਿੱਚ ਕੀ ਆ ਗਿਆ, ਫਾਲਸ। ਕਿਉਂ? ਕਿਉਂਕਿ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੋਈ ਆ, ਸਪਾਈਸ ਟ੍ਰੇਡ ਓਵਰਆਲ ਵਾਸ ਡਿਮਿਨਿਸ਼ਿੰਗ, ਘਟ ਰਹੀ ਸੀ। ਇਨ ਇਕਨੋਮਿਕ ਪੋਟੈਂਸ਼ੀਅਲ ਘਟ ਰਹੀ ਸੀ। ਕਦੋਂ? ਮਿਡਲ ਦੇ ਦੌਰਾਨ। ਤਾਂ ਮਤਲਬ ਮਿਡਲ 'ਚ ਘਟਣੀ ਸਟਾਰਟ ਹੋਈ ਤਾਂ ਐਂਡ ਤੱਕ ਜਾਂਦੇ ਜੇ ਬਿਲਕੁਲ ਘਟ ਗਈ ਉਹ ਚੀਜ਼, ਤਾਂ ਉਹਨੇ ਮੇਨਟੇਨ ਨਹੀਂ ਕੀਤਾ ਖੁਦ ਨੂੰ। ਸੋ ਆਨਸਰ ਇਜ਼ ਫਾਲਸ। ਸੋ ਆਈ ਹੋਪ ਤੁਹਾਨੂੰ ਇਹ ਸਾਰੀ ਰੀਡਿੰਗ ਦੀ ਐਕਸਪਲੇਨੇਸ਼ਨ ਰਾਜੇ ਜਿਹੜੀ ਹੈਗੀ ਆ ਸਮਝ ਲੱਗੀ ਹੋਵੇ। ਠੀਕ ਹੈ। ਇਨ ਕੇਸ ਯੂ ਹੈਵ ਐਨੀ ਕੁਐਰੀਜ਼ ਪਲੀਜ਼ ਰਾਈਟ ਡਾਊਨ ਇਨ ਦਾ ਕਮੈਂਟ ਬਾਕਸ। ठीक है, that's all for today। Thank you everyone।